नमस्कार जी। पंजाब दर्पण देख रहे ही सारे ही दर्शकों का मैं बंटी अरोड़ा बहुत बहुत स्वागत करता हाँ। ਜ਼ਿਲ੍ਹਾ ਜਲੰਧਰ ਦੇ ਸ਼ਹਿਰ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਦੀ ਸੁਸਾਇਟੀ ਵਿਖੇ ਅੱਜ ਇੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਇੱਕ ਅਵੇਅਰਨੈਸ ਕੈਂਪ ਲਗਾਇਆ ਗਿਆ ਹੈ ਜੋ ਬਲਾਕ ਲੈਵਲ ਤੇ ਲਗਾਉਂਦੇ ਹਨ। ਇਸ ਦੇ ਵਿੱਚ ਅੱਜ ਕਿਸਾਨ ਵੀਰਾਂ ਨੂੰ ਪੌਦਿਆਂ ਬਾਰੇ, ਫਲਦਾਰ ਬੂਟਿਆਂ ਬਾਰੇ, ਫਸਲਾਂ ਬਾਰੇ, ਪਸ਼ੂਆਂ ਬਾਰੇ ਅਤੇ ਪਰਾਲੀ ਨੂੰ ਸੰਭਾਲਣ ਬਾਰੇ ਜਾਣਕਾਰੀ ਦੇਣ ਵਾਸਤੇ ਡਾਕਟਰ ਸਾਹਿਬ ਆਏ ਨੇ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਕਾਰੀ ਲੈਂਦੇ ਹਾਂ ਤਾਂ ਤੁਹਾਨੂੰ ਕੁਝ ਦਿਖਾਉਂਦੇ ਹਾਂ ਤਸਵੀਰਾਂ। ਅੱਜ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਸ਼ਾਹਕੋਟ ਦੇ ਪਿੰਡ ਪਰਜੀਆਂ ਖੁਰਦ ਦੀ ਸਹਿਕਾਰੀ ਸਭਾ ਸੁਸਾਇਟੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਦੀ ਨੂਰਮਹਿਲ ਇਕਾਈ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਪਿੰਡ ਪਰਜੀਆਂ ਕਲਾਂ, ਪਰਜੀਆਂ ਖੁਰਦ, ਚੱਕ ਹਾਥੀਆਣਾ, ਪਛਾੜੀਆਂ, ਤੁਗੜਾ ਅਤੇ ਹੋਰਨਾਂ ਨੇੜਲੇ ਪਿੰਡਾਂ ਦੇ ਕਿਸਾਨ ਭਰਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਕੈਂਪ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੱਖ-ਵੱਖ ਵਿਗਿਆਨੀਆਂ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਤੇ ਫਸਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਡਾਕਟਰ ਅਮਨਦੀਪ ਬੋਪਾਰਾਏ ਨੇ ਕਿਸਾਨਾਂ ਨੂੰ ਮਿੱਟੀ ਦਾ ਸਹੀ ਨਮੂਨਾ ਲੈਣ ਦਾ ਢੰਗ ਅਤੇ ਫਸਲਾਂ ਵਿੱਚ ਖਾਦਾਂ ਦੀ ਸਹੀ ਵਰਤੋਂ ਬਾਰੇ ਵੀ ਨੁਕਤੇ ਦੱਸੇ। ਇਸ ਮੌਕੇ ਤੇ ਇੰਜੀਨੀਅਰ ਰੁਪਿੰਦਰ ਚੰਦੇਲ, ਡਾਕਟਰ ਬਲਵੀਰ ਕੌਰ, ਡਾਕਟਰ ਰੋਹਿਤ ਗੁਪਤਾ, ਡਾਕਟਰ ਰਿਤੂਰਾਜ, ਡਾਕਟਰ ਕੁਲਦੀਪ ਸਿੰਘ ਵੱਲੋਂ ਕਿਸਾਨੀ ਮਸ਼ੀਨਾਂ, ਪਰਾਲੀ ਨੂੰ ਪਸ਼ੂਆਂ ਲਈ ਖੁਰਾਕ ਦੇ ਤੌਰ ਤੇ ਵਰਤੋਂ ਕਰਨ ਸੰਬੰਧੀ, ਬੀਜਾਂ ਦੀ ਸੋਧ, ਫਸਲਾਂ ਸੰਬੰਧੀ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ ਨੁਕਤੇ ਦੱਸੇ। ਇਸ ਮੌਕੇ ਤੇ ਕਿਸਾਨੀ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਗਈ। ਸੋ ਸਾਡੇ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜਲੰਧਰ ਦੇ ਡਾਇਰੈਕਟਰ ਸਰਦਾਰ ਡਾਕਟਰ ਕੁਲਦੀਪ ਸਿੰਘ ਜੀ ਵੀ ਸਾਡੇ ਨਾਲ ਸ਼ਾਮਲ ਹੋਏ ਹਨ। ਉਹਨਾਂ ਨੂੰ ਪੁੱਛਦੇ ਹਾਂ, ਸਰ ਇਹ ਜਿਹੜਾ ਅਵੇਅਰਨੈਸ ਕੈਂਪ ਤੁਸੀਂ ਲਗਾਇਆ ਹੈ ਇਹਦਾ ਕਿਸਾਨਾਂ ਨੂੰ ਕੀ ਫਾਇਦਾ ਹੋਵੇਗਾ ਤੇ ਇਹ ਕੀ ਤੁਸੀਂ ਇਹਨਾਂ ਨੂੰ ਜਾਣਕਾਰੀ ਦੇਣਾ ਚਾਹੋਗੇ? ਸਾਡੇ ਦਰਸ਼ਕਾਂ ਨੂੰ ਵੀ ਦੱਸੋ। ਦੇਖੋ, ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਪੰਜਾਬ ਦਾ ਜਿਹੜਾ ਮੁੱਖ ਫਸਲੀ ਚੱਕਰ ਕਣਕ ਝੋਨਾ ਹੈ, ਲਗਭਗ 28.5 ਲੱਖ ਹੈਕਟੇਅਰ ਦੇ ਵਿੱਚ ਜਿਹੜੀ ਆ ਉਹ ਝੋਨੇ ਦੀ ਬਿਜਾਈ ਹੁੰਦੀ ਹੈ। ਸੋ ਸਭ ਤੋਂ ਵੱਡੀ ਜਿਹੜੀ ਸਮੱਸਿਆ ਕਿਸਾਨਾਂ ਵਾਸਤੇ ਹੁੰਦੀ ਹੈ ਵੀ ਉਹ ਜਿਹੜੀ ਆ ਬਗੈਰ ਪਰਾਲੀ ਨੂੰ ਅੱਗ ਲਾਏ ਅਗਲੀ ਫਸਲ ਦੀ ਕਿਸ ਤਰ੍ਹਾਂ ਉਹਨੂੰ ਬਿਜਾਈ ਕਰਨੀ ਹੈ। ਕਿਉਂਕਿ ਸਾਡੇ ਕੁਝ ਕਿਸਾਨ ਜਿਹੜੇ ਆ ਉਹ ਕਣਕ ਬੀਜਦੇ ਆ, ਕੁਝ ਜਿਹੜੇ ਆਲੂ ਵਾਲੇ ਆ ਉਹ ਆਲੂ ਬੀਜਣੇ ਹੁੰਦੇ ਆ, ਕਈਆਂ ਨੇ ਸਬਜ਼ੀਆਂ ਲਾਉਣੀਆਂ ਹੁੰਦੀਆਂ। ਸੋ ਉਹਨਾਂ ਵਾਸਤੇ ਜੇ ਆਪਾਂ ਪਰਾਲੀ ਨੂੰ ਜੇ ਖੇਤ ਦੇ ਵਿੱਚ ਆਪਾਂ ਉਹਨੂੰ ਸੰਭਾਲਣੀ ਹੈ ਤਾਂ ਉਹ ਵੱਖ-ਵੱਖ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤਕਨੀਕਾਂ ਵਿਕਸਿਤ ਕੀਤੀਆਂ ਨੇ, ਜਿਹਦੇ ਨਾਲ ਆਪਾਂ ਪਰਾਲੀ ਨੂੰ ਬਗੈਰ ਅੱਗ ਲਾਏ ਜਿਹੜੇ ਆਪਾਂ ਖੇਤਾਂ ਦੇ ਵਿੱਚ ਉਹਨੂੰ ਗਾਲ ਕੇ ਜਾਂ ਉਹਨੂੰ ਖੇਤਾਂ ਦੇ ਉੱਪਰ ਮਲਚ ਦੇ ਤੌਰ 'ਤੇ ਰੱਖ ਕੇ ਆਪਾਂ ਆਪਣੀ ਫਸਲ ਜਿਹੜੀ ਬਿਜਾਈ ਜਿਹੜੀ ਕਰ ਸਕਦੇ ਹਾਂ। ਸੋ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ, ਜਦੋਂ ਕਿਸਾਨ ਅੱਗ ਲੱਗਦੀ ਹੈ ਪਰਾਲੀ ਨੂੰ ਅਤੇ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੁੰਦਾ, ਕਈ ਤਰ੍ਹਾਂ ਦੇ ਸਾਡੇ ਨੁਕਸਾਨ ਹੁੰਦੇ ਆ। ਅਤੇ ਜੇ ਆਪਾਂ ਪਰਾਲੀ ਨੂੰ ਖੇਤਾਂ 'ਚ ਸੰਭਾਲਦੇ ਹਾਂ ਤਾਂ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਆ। ਜਿਹੜੀ ਸਾਡੀ ਖਾਦਾਂ, ਜੇ ਅਸੀਂ ਇਹ ਦੱਸੇ ਜੋ ਸਾਡੇ ਤਜਰਬੇ ਦੱਸਦੇ ਆ ਵੀ ਜੇ ਆਪਾਂ 3-4 ਸਾਲ ਲਗਾਤਾਰ ਕਰਦੇ ਹਾਂ ਤਾਂ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਸਾਡੀ ਖਾਦਾਂ ਦਾ ਜਿਹੜਾ ਖਰਚਾ ਵੀ ਜਿਹੜਾ ਸਾਡਾ ਘਟੂਗਾ। ਅਤੇ ਉਹਦੇ ਨਾਲ ਜਿਹੜੇ ਆਪਾਂ ਸਾਰੇ ਜਾਣਦੇ ਆ ਵੀ ਵਾਤਾਵਰਨ ਜਦੋਂ ਸਾਡਾ ਸਾਫ਼ ਸੁਥਰਾ ਹੋਊਗਾ ਅਤੇ ਸਾਡੇ ਜਿਹੜੀ ਬਿਮਾਰੀਆਂ ਵੀ ਜਿਹੜੀਆਂ ਉਹ ਘੱਟ ਹੋਣਗੀਆਂ। ਸੋ ਇਹ ਅਸੀਂ ਜਿਹੜੀ ਇਸ ਪਿੰਡ, ਕਿਉਂਕਿ ਇਹ ਪੰਜਾਬ ਸਰਕਾਰ ਨੇ ਜਾਂ ਭਾਰਤ ਸਰਕਾਰ ਨੇ ਜਿਹੜਾ ਇੱਕ ਪ੍ਰੋਜੈਕਟ ਦਿੱਤਾ, ਜੀ ਅਸੀਂ 4 ਪਿੰਡ ਜਿਹੜੇ ਸਾਡੇ ਚੱਕ ਪਰਜੀਆਂ ਕਲਾਂ, ਪਰਜੀਆਂ ਖੁਰਦ, ਚੱਕ ਹਥਿਆਣਾ, ਬੂਰੇਵਾਲ, ਅਸੀਂ 4 ਪਿੰਡ ਜਿਹੜੇ ਅਸੀਂ ਚੁਣੇ ਆ। ਇਹਨਾਂ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਅੱਜ ਕੈਂਪ ਲਾਇਆ, ਇਸ ਤੋਂ ਬਾਅਦ ਅਸੀਂ ਹੋਰ ਵੀ ਕੈਂਪ ਲਾਵਾਂਗੇ। ਕਿਸਾਨਾਂ ਨੂੰ ਇਹਨਾਂ ਮਸ਼ੀਨਾਂ ਬਾਰੇ ਅਸੀਂ ਜਿਹੜੀ ਉਹਨੂੰ ਜਾਣਕਾਰੀ ਦੇ ਰਹੇ ਹਾਂ ਵੀ ਕਿਸ ਤਰੀਕੇ ਨਾਲ ਕਿਸਾਨਾਂ ਨੇ ਖੇਤਾਂ ਦੇ ਵਿੱਚ ਮਸ਼ੀਨਾਂ ਨੂੰ ਚਲਾਉਣਾ। ਉਹਦੇ ਨਾਲ ਅਸੀਂ ਜਿਹੜੀ ਆ ਲੋਕਾਂ ਦੇ ਵਿੱਚ ਇਹਦੇ ਜਿਹੜੇ ਕੀ ਨੁਕਸਾਨ ਹੁੰਦੇ ਆ ਉਹਨਾਂ ਵਾਸਤੇ ਅਵੇਅਰਨੈਸ ਅਸੀਂ ਕ੍ਰੀਏਟ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਇਸ ਪਿੰਡ ਦੇ ਵਿੱਚ ਇਹ ਪਰਾਲੀ ਨੂੰ ਸੰਭਾਲ ਕੇ ਅੱਗ ਨਹੀਂ ਲਾਉਣਗੇ, ਆਪਣੇ ਖੇਤਾਂ ਦੇ ਵਿੱਚ ਉਹਨੂੰ ਪਰਾਲੀ ਨੂੰ ਗਾਲਣਗੇ ਜਾਂ ਉਹਨੂੰ ਸੰਭਾਲਣਗੇ, ਅਸੀਂ ਉਹਨਾਂ ਦੇ ਵੱਖ-ਵੱਖ ਪ੍ਰਦਰਸ਼ਨੀ ਪਲਾਟ, ਉਹਨਾਂ ਨੂੰ ਕੁਝ ਜਿਹੜੇ ਪੈਸੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜਿਹੜੇ ਆ ਉਹ ਕਿਸਾਨਾਂ ਨੂੰ ਜਿਹੜੇ ਆ ਉਹ ਦਿੱਤੇ ਜਾਣਗੇ। ਸੋ ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਵੀ ਇਹ ਜਿਹੜੀ ਇੱਕ ਸਾਡੀ ਵੱਡੀ ਸਮੱਸਿਆ ਪਰਾਲੀ ਨੂੰ ਅੱਗ ਲੱਗਦੀ ਆ, ਜਿਹੜੇ ਲਾਉਂਦੇ ਪੈਸੇ ਤਾਂ ਇਹ ਆ ਵੀ 3-4 ਸਾਲਾਂ 'ਚ ਕਾਫੀ ਕਿਸਾਨ ਵੀਰ ਜਿਹੜੇ ਆ ਉਹ ਇਸ ਚੀਜ਼ ਨੂੰ ਵਾਲੇ ਸਾਡੇ ਜਿਹੜੇ ਸਹਿਮਤ ਹੋਏ ਆ ਉਹ ਪਰਾਲੀ ਨੂੰ ਸੰਭਾਲ ਰਹੇ ਆ, ਪਰ ਅਜੇ ਵੀ ਜਿਹੜੇ ਕੁਝ ਕਿਸਾਨ ਵੀਰ ਜਿਹੜੇ ਨਹੀਂ ਇਸ ਨੂੰ ਕਰ ਰਹੇ। ਸੋ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਇਹ ਨਵੀਆਂ ਤਕਨੀਕਾਂ ਨੂੰ ਅਪਣਾ ਕੇ ਇਸ ਪਰਾਲੀ ਨੂੰ ਜਿਹੜੇ ਸੰਭਾਲੋ, ਉਹਦੇ ਨਾਲ ਸਾਡਾ ਆਪਣਾ ਹੀ ਫਾਇਦਾ, ਸਾਡੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਵਧੇਗੀ, ਸਾਡਾ ਕੋਈ ਫਸਲਾਂ ਦੇ ਝਾੜ 'ਚ ਕੋਈ ਫਰਕ ਨਹੀਂ ਪੈਂਦਾ, ਝਾੜ ਹੀ ਸਾਡਾ ਵਧੀਆ ਰਹੂਗਾ। ਅਤੇ ਇਹ ਮੇਰੀ ਸਾਰਿਆਂ ਨੂੰ ਜਿਹੜੀ ਅਪੀਲ ਆ ਵੀ ਇਹ ਕਿਸਾਨ ਵੀਰ ਇਹ ਤਕਨੀਕਾਂ ਨੂੰ ਜ਼ਰੂਰ ਜਿਹੜਾ ਅਪਣਾਓ। ਬਹੁਤ ਬਹੁਤ ਸੋ ਇਹ ਸਨ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਇਹ ਦੱਸਿਆ ਕਿ ਇਹਨਾਂ ਦੇ ਕੈਂਪ ਲਾਉਣ ਦੇ ਨਾਲ ਕਿਸਾਨਾਂ 'ਚ ਵੀ ਜਾਗਰੂਕਤਾ ਆ ਰਹੀ ਹੈ ਅਤੇ ਕਾਫੀ ਕਿਸਾਨ ਜਿਹੜੇ ਆ ਉਹ ਇਹਨਾਂ ਦੇ ਜੋ ਇਹ ਦੱਸ ਰਹੇ ਹਨ ਅਤੇ ਉਹ ਕਰ ਰਹੇ ਹਨ। ਸੋ ਸਾਡੇ ਨਾਲ ਕ੍ਰਿਸ਼ੀ ਵਿਗਿਆਨ ਦੇ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇੰਜੀਨੀਅਰ ਸਾਹਿਬ ਨਾਲ, ਡਾਕਟਰ ਰੁਪਿੰਦਰ ਜੀ ਨਾਲ। ਡਾਕਟਰ ਸਾਹਿਬ, ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਕਿਸਾਨਾਂ ਨੂੰ?
ਮੈਂ ਕਿਸਾਨ ਵੀਰਾਂ ਨੂੰ ਇਹੀ ਕਹਿਣਾ ਚਾਹੂੰਗਾ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਬਹੁਤ ਸਾਰੀਆਂ ਤਕਨੀਕਾਂ ਜਿਹੜੀਆਂ ਸਿਫਾਰਿਸ਼ ਕੀਤੀਆਂ ਗਈਆਂ ਨੇ। ਚਾਹੇ ਕਿਸੇ ਨੇ ਝੋਨੇ ਤੋਂ ਬਾਅਦ ਕਣਕ ਬੀਜਣੀ ਹੈ ਜਾਂ ਝੋਨੇ ਤੋਂ ਬਾਅਦ ਜੇ ਸਬਜ਼ੀਆਂ ਵੀ ਲਗਾਉਣੀਆਂ ਨੇ, ਤਾਂ ਹਰ ਇੱਕ ਕਿਸਾਨ ਦੇ ਲਈ ਜਿਹੜਾ ਹੈਗਾ ਪਰਾਲੀ ਦੀ ਸੰਭਾਲ ਵਾਸਤੇ ਤਕਨੀਕ ਵਿਕਸਿਤ ਕੀਤੀ ਗਈ ਆ। ਤੇ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ, ਮੈਂ ਥੋੜ੍ਹੀਆਂ ਤਕਨੀਕਾਂ ਦੀ ਗੱਲ ਕਰੂੰਗਾ। ਇੱਕ ਤਾਂ ਝੋਨੇ ਤੋਂ ਬਾਅਦ ਜਿਹਨਾਂ ਨੇ ਕਣਕ ਬੀਜਣੀ ਆ, ਹੈਪੀ ਸੀਡਰ ਜਿਹੜੀ ਤਕਨੀਕ ਆ, ਉਹ ਜਦੋਂ ਅਸੀਂ ਸੁਪਰ SMS ਵਾਲੀ ਕੰਬਾਈਨ ਚਲਾ ਦਿੰਦੇ, ਉਸ ਤੋਂ ਬਾਅਦ ਸਿੱਧੀ ਜਿਹੜੀ ਉਹਦੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਖੜੇ ਖਰਚਿਆਂ ਦੇ ਵਿੱਚ ਕਣਕ ਦੀ ਫਸਲ ਬੀਜੀ ਜਾਂਦੀ ਹੈ ਔਰ ਬਾਅਦ ਦੇ ਵਿੱਚ ਪਰਾਲੀ ਜਿਹੜੀ ਹੈ ਖਾਦ ਦੇ ਰੂਪ ਦੇ ਵਿੱਚ ਜਿਹੜੀ ਆ ਕਣਕ ਨੂੰ ਮਿਲ ਜਾਂਦੀ ਹੈ। ਤਾਂ ਖਰਚਿਆਂ ਦੀ ਵੀ ਬਚਤ ਆ, ਆਪਾਂ ਨੂੰ ਨਾਲ ਖਾਦ ਦੀ ਵੀ ਵਰਤੋਂ ਘਟਦੀ ਆ ਔਰ ਝਾੜ ਦੇ ਵਿੱਚ ਵੀ ਫਾਇਦਾ ਮਿਲ ਜਾਂਦਾ। ਸੋ ਸੌਖੀ ਸਸਤੀ ਤਕਨੀਕ ਆ। ਇਸੇ ਤਰੀਕੇ ਨਾਲ ਜਿਨ੍ਹਾਂ ਨੇ ਸਬਜ਼ੀ ਵਾਲੇ ਜ਼ਿਮੀਂਦਾਰ ਆ ਜਾਂ ਜਿਹੜੇ ਆਲੂ ਵਾਲੇ ਜ਼ਿਮੀਂਦਾਰ ਆ, ਪਰਾਲੀ ਨੂੰ ਵਿੱਚ ਮਿਲਾ ਸਕਦੇ ਨੇ। ਉਹਦੇ ਲਈ ਮਲਚਰ ਜਾਂ ਜਿਹੜਾ ਪਲਾਓ ਦਾ ਆਪਰੇਸ਼ਨ ਕਰਕੇ ਪਰਾਲੀ ਨੂੰ ਵਿੱਚ ਪਲਟਾਇਆ ਜਾ ਸਕਦਾ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਹੋਰ ਤਕਨੀਕ ਦੱਸੀ ਹੈ ਕਿ ਮਲਚਰ ਕਰਨ ਤੋਂ ਬਾਅਦ ਤੁਸੀਂ ਹਲਕਾ ਪਾਣੀ ਲਾ ਕੇ ਰੋਟਾਵੇਟਰ ਕਰ ਦਿਓ, ਕੱਦੂ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਨਾਲ ਵੀ ਪਰਾਲੀ ਜ਼ਮੀਨ 'ਚ ਮਿਲ ਜਾਂਦੀ ਹੈ। ਸੋ ਪਰਾਲੀ ਜ਼ਮੀਨ 'ਚ ਜਦੋਂ ਮਿਲਾਉਂਦੇ ਆ, ਉਹਦੇ ਫਾਇਦੇ ਬਹੁਤ ਨੇ। ਉਹਦੇ ਜ਼ਮੀਨ ਦੀ ਤਾਕਤ ਵੱਧਦੀ ਹੈ, ਜੈਵਿਕ ਮਾਦਾ ਵੱਧਦਾ ਹੈ। ਸੋ ਫਸਲਾਂ ਦੇ ਝਾੜ ਦੇ ਵਿੱਚ ਵੀ ਫਾਇਦੇ, ਅਗਲੀਆਂ ਸਾਰੀਆਂ ਫਸਲਾਂ ਦੇ ਝਾੜ ਵਿੱਚ ਫਾਇਦੇ ਮਿਲਦੇ ਆ। ਸੋ ਹੌਲੀ ਹੌਲੀ ਸਮੇਂ ਦੇ ਨਾਲ ਜਿਹੜੀ ਮਿੱਟੀ ਦੀ ਜਦੋਂ ਜਿਹੜੀ ਜੈਵਿਕ ਮਾਦਾ ਵੱਧਦਾ ਆ, ਅਤੇ ਉਹਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਫਾਇਦੇ ਦਿਸਣੇ ਸ਼ੁਰੂ ਹੁੰਦੇ ਨੇ, ਅਤੇ ਫਿਰ ਕਿਸਾਨ ਵੀਰ ਆਪ ਹੀ ਉਸ ਤਕਨੀਕਾਂ ਵੱਲ ਵੱਧਦੇ ਆ। ਇਹ ਅਸੀਂ ਜਲੰਧਰ ਦੇ ਕਾਫੀ ਜਿਹੜੇ ਬਲੋਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਘੁੰਮਦੇ ਰਹਿੰਦੇ ਆ। ਜਿਹੜੇ ਕਿਸਾਨ ਵੀਰ ਲਗਾਤਾਰ ਤਕਨੀਕ ਵਰਤਦੇ ਨੇ, ਉਹ ਜ਼ਰੂਰ ਉਹਦਾ ਫਾਇਦਾ ਦੇਖਣ ਤੋਂ ਬਾਅਦ ਉਹਦੇ ਨਾਲ ਪੱਕੇ ਤੌਰ 'ਤੇ ਜੁੜ ਜਾਂਦੇ ਨੇ। ਅਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਜਿਹੜੇ ਜਿਵੇਂ ਅੱਜ ਅਸੀਂ ਇੱਥੇ ਪੁੱਜੇ ਹੋਏ ਹਾਂ, ਬੇਲਰ ਤਕਨੀਕ ਵੀ ਜਿਹੜੀ ਹੈਗੀ ਪ੍ਰਚਲਿਤ ਹੋ ਰਹੀ ਹੈ। ਇਹਦੇ ਵਿੱਚ ਪਰਾਲੀ ਦੀਆਂ ਆਪਾਂ ਗੱਠਾਂ ਬਣਾ ਕੇ ਖੇਤ 'ਚੋਂ ਕੱਢ ਦਿੰਦੇ ਹਾਂ, ਅਤੇ ਅੱਗੇ ਉਹਦੀ ਕਿਸੇ ਵੀ ਕੰਮ ਦੇ ਵਿੱਚ, ਜਿਵੇਂ ਗੱਤਾ ਬਣਾਉਣ ਲਈ ਜਾਂ ਬਾਇਓਮੈਸ ਪਲਾਂਟਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੈ। ਬਾਕੀ ਇਹ ਵੀ ਜੇ ਬੇਲਰ ਤਕਨੀਕ ਬੰਦਾ ਵਰਤ ਰਿਹਾ ਹੈ, ਤਾਂ ਉਹਦੇ ਵਿੱਚ ਵਿਚਾਲੇ ਤੁਸੀਂ ਲਗਾਤਾਰ ਜੇ ਕਰਨ ਦੀ ਬਜਾਏ ਤੁਸੀਂ ਕਿਤੇ ਕਿਤੇ ਪਰਾਲੀ ਨੂੰ ਜ਼ਰੂਰ ਪਲਟਾਓ, ਤਾਂ ਕਿ ਜਦੋਂ ਆਪਾਂ ਸਾਰੀ ਪਰਾਲੀ ਖੇਤ 'ਚੋਂ ਕੱਢ ਦਿੰਦੇ ਹਾਂ, ਅਤੇ ਇਹਦੇ ਨਾਲ ਕੀ ਸਾਰੇ ਤੱਤ ਜ਼ਮੀਨ 'ਚੋਂ ਨਿਕਲ ਜਾਂਦੇ ਆ। ਅਤੇ ਆਪਾਂ ਲਗਾਤਾਰ ਇਹ ਤਕਨੀਕ ਨਹੀਂ ਵਰਤਣੀ। ਇਹਦੇ ਵਿੱਚ ਤੁਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਆ, ਜਿਹੜੇ ਪਰਾਲੀ ਨੂੰ ਜ਼ਮੀਨ ਦੇ ਵਿੱਚ ਪਲਟਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਜ਼ਮੀਨ 'ਚ ਪਲਟਾਵਾਂਗੇ, ਜੋ ਅਸਲੀ ਖੁਰਾਕੀ ਤੱਤ ਨੇ ਉਹਨੂੰ ਜਦੋਂ ਰਹਿੰਦ ਖੂੰਹਦ ਜ਼ਮੀਨ 'ਚ ਜਾਂਦੀ ਹੈ, ਉਸ ਤੋਂ ਮਿਲਦੇ ਨੇ। ਅਤੇ ਜੇ ਆਪਾਂ ਲੰਬੇ ਸਮੇਂ ਦੀ ਖੇਤੀ ਕਰਨੀ ਹੈ, ਮਿੱਟੀ ਵੀ ਸੰਭਾਲਣੀ ਆ, ਅਤੇ ਆਪਾਂ ਨੂੰ ਜਿਹੜਾ ਪਰਾਲੀ ਨੂੰ ਜਾਂ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਜਿਹੜਾ ਮਿਲਾਉਣਾ ਪਏਗਾ। ਠੀਕ ਹੈ ਜੀ, ਇਹ ਸਾਰੇ ਕਿਸਾਨ ਵੀਰਾਂ ਦਾ ਫਰਜ਼ ਵੀ ਆ, ਜਾਂ ਕਹਿ ਲਓ ਤੁਸੀਂ ਇਹ ਇੱਕ ਜਿਹੜੀ ਜ਼ਰੂਰੀ ਗੱਲ ਵੀ ਆ ਕਿ ਆਪਾਂ ਜੇ ਖੇਤੀ ਨੂੰ ਬਰਕਰਾਰ ਰੱਖਣਾ ਹੈ, ਠੀਕ ਹੈ ਨਾ ਜੀ, ਕੁਦਰਤੀ ਸੋਮਿਆਂ ਨੂੰ ਵੀ ਬਚਾਉਣਾ ਹੈ, ਅਤੇ ਇਹ ਜਿਹੜੀ ਪਰਾਲੀ ਨੂੰ ਖੇਤ ਵਿੱਚ ਗਲਾਉਣਾ ਬਹੁਤ ਜ਼ਰੂਰੀ ਆ। ਇਹਦੇ ਨਾਲ ਜਿਹੜੀ ਆ ਤੁਹਾਡੇ ਫਾਇਦੇ ਬਹੁਤ ਵਧੀਆ ਕਿਸਾਨਾਂ ਨੂੰ ਮਿਲਣਗੇ, ਅਤੇ ਨਾਲ ਜਿਹੜੀ ਮਿੱਟੀ ਦੀ ਜਿਹੜੀ ਇੱਕ ਸਿਹਤ ਵੀ ਬਣੀ ਰਹੇਗੀ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮਿੱਟੀ, ਜਿਵੇਂ ਮਿੱਟੀ ਤੋਂ ਹੀ ਆਪਾਂ ਸਾਰੀਆਂ ਫਸਲਾਂ ਲੈਣੀਆਂ ਨੇ। ਜੇ ਆਪਣੀ ਮਿੱਟੀ ਸਹੀ ਰਹੂਗੀ, ਫੇਰ ਹੀ ਆਪਾਂ ਅੱਗੇ ਖੇਤੀ ਨੂੰ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਕਰ ਸਕਾਂਗੇ। ਇਸ ਉਪਰੰਤ ਸਾਡੀ ਟੀਮ ਵੱਲੋਂ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਨੇ ਦੱਸਿਆ ਕਿ ਇਸ ਜਾਗਰੂਕਤਾ ਕੈਂਪ ਦਾ ਉਹਨਾਂ ਨੂੰ ਬਹੁਤ ਹੀ ਲਾਭ ਮਿਲਿਆ ਹੈ ਅਤੇ ਅੱਗੇ ਤੋਂ ਵੀ ਅਜਿਹੇ ਜਾਗਰੂਕਤਾ ਕੈਂਪ ਪਿੰਡਾਂ ਵਿੱਚ ਲੱਗਦੇ ਰਹਿਣੇ ਚਾਹੀਦੇ ਹਨ। ਸੋ ਸਾਡੇ ਨਾਲ ਪਰਜੀਆਂ ਕਲਾਂ ਦੇ ਕੁਝ ਕਿਸਾਨ ਵੀਰ ਵੀ ਜੁੜੇ ਹੋਏ ਹਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਅੰਕਲ ਜੀ, ਕੀ ਨਾਂ ਤੁਹਾਡਾ? ਇੰਦਰ ਸਿੰਘ ਮੇਰਾ ਨਾਮ ਹੈ। ਅੱਜ ਦਾ ਜਿਹੜਾ ਇਹ ਤੁਹਾਡੇ ਕੈਂਪ ਲੱਗਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਸ ਤਰ੍ਹਾਂ ਤੁਹਾਨੂੰ ਲੱਗਾ? ਇਹ ਤਾਂ ਬਹੁਤ ਵਧੀਆ ਕੈਂਪ ਲੱਗਾ ਹੈ। ਇਸ ਨਾਲ ਜ਼ਿਮੀਂਦਾਰਾਂ ਨੂੰ ਬੜੀ ਨਵੀਂ ਜਾਣਕਾਰੀ ਮਿਲੀ ਹੈ। ਜਿਵੇਂ ਪਰਾਲੀ ਹੈ, ਜੇ ਖੇਤ ਦੇ ਵਿੱਚ ਪਲਾਓ ਕੀਤੀ ਜਾਵੇ ਤਾਂ ਇਹਦਾ ਬਹੁਤ ਵਧੀਆ ਅਸਰ ਹੈ। ਲੇਕਿਨ ਇਹ ਜਿਵੇਂ ਆ ਦੂਜੇ ਪੰਡਾ ਬੰਨਣ ਵਾਲੀ ਗੱਲ ਹੈ, ਇਹ ਵੀ ਬਹੁਤ ਚੰਗੀ ਹੈ। ਪਰਾਲੀ ਦਾ ਜਿਹੜਾ ਇਹ ਸਾਧਨ, ਮਤਲਬ ਜਿੰਨਾ ਵੀ ਇਹਨੂੰ ਮਤਲਬ ਆਪਾਂ ਖੇਤ ਦੇ ਵਿੱਚ ਦੇਈਏ, ਉਨਾ ਹੀ ਵਧੀਆ ਹੈ। ਉਸ ਤੋਂ ਅੱਗੇ ਇਹ ਹੈ ਵੀ ਜੇ ਸਰਕਾਰ ਥੋੜ੍ਹਾ ਜ਼ਿਆਦਾ ਆਸਰਾ ਦੇਵੇ ਜ਼ਿਮੀਂਦਾਰ ਨੂੰ, ਇਹ ਜਿਹੜੀਆਂ ਅੱਗਾਂ ਨਹੀਂ ਲੱਗ ਸਕਦੀਆਂ। ਜਿੰਨੀ ਵੀ ਇਹ ਪਰਾਲੀ ਹੈ, ਇਹਦਾ ਸਾਰਾ ਜ਼ਿਮੀਂਦਾਰ ਜਿਹੜਾ ਉਹ ਫਾਇਦਾ ਲੈ ਸਕਦਾ ਹੈ। ਸਿਰਫ ਇਹ ਮਤਲਬ ਥੋੜ੍ਹੇ ਮਹਿੰਗੇ ਸਾਧਨ ਹੋਣ ਕਰਕੇ, ਇੱਕ ਡੀਜ਼ਲ ਦੀ ਖਪਤ ਹੋਣ ਕਰਕੇ, ਮਤਲਬ ਥੋੜ੍ਹਾ ਜ਼ਿਮੀਂਦਾਰ ਜਿਹੜਾ ਉਹ ਇਸ ਕੰਮ ਵਾਲੇ ਤੁਰ ਤਾਂ ਬਹੁਤ ਰਿਹਾ। ਪਿਛਲੇ ਸਾਲਾਂ ਨਾਲ ਐਤਕੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਪਰਾਲੀ ਜਿਹੜੀ ਉਹ ਖੇਤਾਂ ਦੇ ਵਿੱਚ ਗਾਲੀ ਜਾ ਰਹੀ ਹੈ, ਅਤੇ ਬਹੁਤ ਚੰਗਾ ਰਿਜ਼ਲਟ ਹੈ। ਕੀ ਨਾਮ ਤੁਹਾਡਾ ਜੀ? ਹਰਪਿੰਦਰ ਸਿੰਘ। ਅੰਕਲ ਜੀ, ਤੁਹਾਨੂੰ ਕਿਸ ਤਰ੍ਹਾਂ ਲੱਗਾ ਵੀ ਜੋ ਇਹ ਜਾਣਕਾਰੀ ਦੇ ਰਿਹਾ ਹੈ ਕ੍ਰਿਸ਼ੀ ਆਪਣਾ ਵਿਭਾਗ ਵਾਲੇ ਤੁਹਾਡੇ ਕੋਲ ਆਏ ਆ, ਕਾਫੀ ਜਾਣਕਾਰੀ ਇਹਨਾਂ ਨੇ ਦਿੱਤੀ ਆ, ਤੁਹਾਨੂੰ ਕਿਸ ਤਰ੍ਹਾਂ ਲੱਗੀ ਇਹਨਾਂ ਦੀ ਜਾਣਕਾਰੀ? ਬਹੁਤ ਵਧੀਆ ਲੱਗੀ ਜੀ। ਜਿਸ ਤਰ੍ਹਾਂ ਸਾਡੇ ਕੋਲ ਆਏ ਡਾਕਟਰ ਸਾਹਿਬ, ਸਾਨੂੰ ਇਹਨਾਂ ਨੇ ਹੋਰ ਕਾਫੀ ਗੱਲਾਂ ਦੱਸੀਆਂ ਜੀ, ਜਿਹੜੀਆਂ ਕਿ ਸਾਡੇ ਕੰਮ ਦੀਆਂ ਆ ਜੀ। ਅਸੀਂ ਉਹ ਅੱਗੇ ਤੋਂ ਉਹ ਵੀ ਕਰਾਂਗੇ ਜੀ, ਜੋ ਇਹਨਾਂ ਨੇ ਸਾਨੂੰ ਦੱਸਿਆ ਜੀ। ਪਰਾਲੀ ਨੂੰ ਵਿੱਚ ਵੀ ਗਾਲਾਂਗੇ ਜੀ। ਅਤੇ ਹੁਣ ਅਸੀਂ ਬਣਾ ਰਹੇ ਹਾਂ ਜੀ ਪੰਡਾ। ਮੈਨੂੰ 3 ਸਾਲ ਹੋ ਗਏ ਜੀ ਪੰਡਾ ਬਣਾਉਂਦੇ ਨੂੰ। ਮੈਂ ਬਿਲਕੁਲ ਅੱਗ ਨਹੀਂ ਲਾਉਂਦਾ ਜੀ, ਅਤੇ ਕਣਕ ਝੋਨਾ ਬੀਜਦਾ ਜੀ, ਅਤੇ ਬਿਲਕੁਲ ਅੱਗ ਨਹੀਂ ਲਾਉਂਦਾ ਜੀ। ਅਤੇ ਬਹੁਤ ਵਧੀਆ ਹੈ ਜੀ। ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਨਾਲ ਅਸੀਂ ਜੁੜੇ ਹੋਏ ਹਾਂ ਜੀ, ਅਤੇ ਬਹੁਤ ਵਧੀਆ ਰਿਜ਼ਲਟ ਹੈ ਜੀ। ਤੁਸੀਂ ਤਾਂ 3 ਸਾਲ ਹੋ ਗਏ ਅੱਗ ਲਾਉਂਦਿਆਂ ਨੂੰ, ਅਤੇ ਤੁਹਾਡੀ ਜਿਹੜੀ ਜ਼ਮੀਨ ਆ, ਮਤਲਬ ਅੱਗ ਤੁਸੀਂ ਨਹੀਂ ਲਾਈ 3 ਸਾਲ ਹੋ ਗਏ, ਅਤੇ ਤੁਹਾਡੀ ਜ਼ਮੀਨ ਨੂੰ ਕਿੱਦਾਂ ਵਧੀਆ ਜ਼ਮੀਨ ਬਣੀ ਅੱਗੇ ਨਾਲੋਂ? ਵਧੀਆ ਜ਼ਮੀਨ ਹੈ ਜੀ।
ਅੱਗੇ ਨੂੰ ਬਹੁਤ ਉਪਜਾਊ ਹੈ ਜੀ। ਤੇ ਬਾਕੀ ਪੋਲੀ ਵੀ ਹੈ ਜੀ ਤੇ ਬੜੀ ਵਧੀਆ। ਕੁਛ ਅਸੀਂ ਪਰਾਲੀ ਵਿੱਚ ਜਿਹੜੀ ਰਹਿ ਜਾਂਦੀ ਉਹ ਮੈਂ ਵਿੱਚ ਹੀ ਵਾਹ ਦਿੰਦਾ ਜੀ। ਜਿਹੜੀ ਰਹਿ ਜਾਂਦੀ ਹੈ ਨਾ ਬੰਨੇ ਬੰਨੇ ਨਾ ਸਾਰੀ ਉਹ ਵਿੱਚ, ਉਹਨੂੰ ਵੀ ਨਹੀਂ ਅੱਗ ਲਾਈ ਦੀ ਜੀ, ਉਹ ਵੀ ਵਿੱਚ ਹੀ ਵਾਹ ਦਈਦੀ ਹੈ ਜੀ। ਤੇ ਜਿਹੜੀ ਉੱਪਰੋਂ ਚੁਕਾ ਦਈਦੀ ਹੈ ਜੀ। ਹਾਂਜੀ, ਬਹੁਤ ਵਧੀਆ ਜੀ। ਸੋ ਕਈ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਨਾ ਲਾਈਏ ਤੇ ਜ਼ਮੀਨ ਜਿਹੜੀ ਉਹ ਉਪਜਾਊ ਬਣਦੀ ਹੈ ਤੇ ਫਸਲ ਜਿਹੜੀ ਉਹ ਵਧੀਆ ਨਿਕਲਦੀ ਆ ਤੇ ਉਹਦੇ ਪੈਸੇ ਵੀ ਵਧੀਆ ਬਣਦੇ ਹਨ। ਇਸ ਮੌਕੇ ਤੇ ਅੰਤ ਵਿੱਚ ਪਰਚੀਆਂ ਖੁਰਦ ਸੁਸਾਇਟੀ ਦੇ ਸੈਕਟਰੀ ਸੰਜੀਵ ਸਚਦੇਵਾ ਵੱਲੋਂ ਸਭਨਾਂ ਡਾਕਟਰ ਸਹਿਬਾਨਾਂ ਦਾ, ਮਹਿਮਾਨਾਂ ਦਾ ਅਤੇ ਕਿਸਾਨ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਅੱਗੋਂ ਤੋਂ ਵੀ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਸਮੇਂ-ਸਮੇਂ ਤੋਂ ਅਸੀਂ ਅਜਿਹੇ ਕੈਂਪ ਲਗਾ ਕੇ ਕਿਸਾਨ ਵੀਰਾਂ ਨੂੰ ਸਰਕਾਰ ਦੀਆਂ ਨਵੀਆਂ-ਨਵੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਰਹੀਏ। ਸੋ ਸਾਡੇ ਨਾਲ ਪਰਜੀਆਂ ਕਲਾਂ ਦੀ ਸੁਸਾਇਟੀ ਦੇ ਸੈਕਟਰੀ ਸੰਜੀਵ ਕੁਮਾਰ ਜੀ ਵੀ ਜੁੜੇ ਨੇ, ਉਹਨਾਂ ਨੂੰ ਪੁੱਛਦੇ ਹਾਂ ਅੱਜ ਜਿਹੜਾ ਕੈਂਪ ਤੁਸੀਂ ਤੁਹਾਡੇ ਸਦਕਾ ਇਹ ਕੈਂਪ ਲਗਾਇਆ ਗਿਆ ਤੇ ਕੀ ਤੁਸੀਂ ਇਹਦੇ ਬਾਰੇ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਹੈ? ਇਹ ਅੱਜ ਜਿਹੜਾ ਇਹ ਕੈਂਪ ਲਗਾਇਆ ਗਿਆ ਇਹ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਨੂਰਮਹਿਲ ਵੱਲੋਂ ਲਗਾਇਆ ਗਿਆ। ਇਹ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਅਸੀਂ ਜੁੜੇ ਹੋਏ ਹਾਂ ਤੇ ਇਹ ਜਦੋਂ ਵੀ ਅਸੀਂ ਇਹਨਾਂ ਨੂੰ ਕੋਈ ਰਿਕੁਐਸਟ ਕਰੀਦੀ ਹੈ, ਸਾਡੀ ਰਿਕੁਐਸਟ ਦੇ ਕੋਈ ਨਾ ਕੋਈ ਕੈਂਪ ਜ਼ਰੂਰ ਰੱਖਦੇ ਆ। ਹੁਣ ਅਸੀਂ ਸੁਸਾਇਟੀ ਵਿੱਚ ਬਹੁਤ ਸਾਰੀਆਂ ਮਸ਼ੀਨਰੀ ਜਿਹੜੀ ਆ ਉਹ ਲਈ ਹੋਈ ਆ ਤੇ ਉਹਨਾਂ ਨੇ ਸਾਡੀ ਰਿਕੁਐਸਟ ਦੇ ਇਹ ਕੈਂਪ ਲਗਾਇਆ ਕਿ ਫਾਰਮਰਸ ਨੂੰ ਜਾਣਕਾਰੀ ਦਿੱਤੀ ਆ ਕਿ ਆਪਾਂ ਕਿਹੜੀ ਮਸ਼ੀਨਰੀ ਦੀ ਕਿੱਦਾਂ ਵਰਤੋਂ ਕਰ ਸਕਦੇ ਹਾਂ। ਕਈ ਕਿਸਾਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਸੀ ਕਿ ਅਸੀਂ ਇਹ ਮਸ਼ੀਨਰੀ ਨੂੰ ਕਿੱਦਾਂ ਵਰਤੀਏ, ਇਹਦੇ ਨਾਲ ਸਾਡੇ ਖੱਤੇ ਦਾ ਸਹੀ ਨਹੀਂ ਮਸ਼ੀਨਰੀ ਚੱਲ ਰਹੀ। ਔਰ ਅੱਜ ਉਹਨਾਂ ਨੇ ਫਾਰਮਰਸ ਦੇ ਖੱਤੇ ਵਿੱਚ ਜਾ ਕੇ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਆ ਤੇ ਉਹ ਬਾਅਦ ਵਿੱਚ ਵੀ ਇੱਥੇ ਹੀ ਆ 2-3 ਦਿਨ ਇੱਥੇ ਸਾਡੇ ਕੋਲ ਰਹਿਣਗੇ। ਉਹ ਫਾਰਮਰਸ ਨੂੰ ਟ੍ਰੇਨਿੰਗ ਦੇਣਗੇ, ਸਾਰੇ ਵੀ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਹੋਈ।